ਯਾਕੂਬ ਦੀ ਪੱਤਰੀ। ਜੇਕਰ ਤੁਸੀਂ ਯੂਨਾਨੀ ਵਿੱਚ ਵੇਖੋਗੇ ਤੇ ਉਸ ਦਾ ਨਾਮ ਯਾਕੋਬੋਸ ਹੈ, ਜੋ ਇਸ ਦੇ ਇਬਰਾਨੀ ਨਾਮ ਯਾਕੋਬ ਦਾ ਅਨੁਵਾਦ ਹੈ। ਇਸ ਲਈ ਪ੍ਰਾਚੀਨ ਅਤੇ ਆਧੁਨਿਕ ਅਨੁਵਾਦਾਂ ਵਿੱਚ ਉਸ ਨੂੰ ਯਾਕੂਬ ਨਾਮ ਦਿੱਤਾ ਗਿਆ। ਸੋ ਇਸ ਵੀਡੀਓ ਵਿੱਚ ਅਸੀਂ ਵੀ ਉਸ ਨੂੰ ਯਾਕੂਬ ਨਾਮ ਨਾਲ ਪੁਕਾਰਾਂਗੇ। ਹੁਣ ਨਵੇਂ ਨੇਮ ਵਿੱਚ ਤੁਸੀਂ ਯਾਕੂਬ ਨਾਮ ਦੇ ਕਈ ਵਿਅਕਤੀਆਂ ਨੂੰ ਵੇਖਦੇ ਹੋ। ਉਹਨਾਂ ਵਿੱਚੋਂ ਦੋ ਉਹ ਹਨ ਜੋ ਯਿਸੂ ਦੇ 12 ਚੇਲਿਆਂ ਵਿੱਚੋਂ ਜ਼ਿਆਦਾ ਨਜ਼ਦੀਕ ਸਨ, ਪਰ ਇਸ ਪੱਤਰੀ ਦਾ ਲੇਖਕ ਯਾਕੂਬ ਯਿਸੂ ਦਾ ਮਤਰੇਆ ਭਰਾ ਸੀ। ਅਸੀਂ ਯਾਕੂਬ ਦੇ ਵਿਸ਼ੇ ਵਿੱਚ ਰਸੂਲਾਂ ਦੇ ਕਰਤੱਵ ਦੀ ਕਿਤਾਬ ਅਤੇ ਪੌਲੁਸ ਦੀਆਂ ਪੱਤਰੀਆਂ ਤੋਂ ਜਾਣਦੇ ਹਾਂ। ਜਦੋਂ ਪਤਰਸ ਨਵੀਆਂ ਕਲੀਸਿਆਵਾਂ ਸਥਾਪਿਤ ਕਰਨ ਲਈ ਯਰੂਸ਼ਲਮ ਤੋਂ ਬਾਹਰ ਚਲਾ ਗਿਆ ਤਾਂ ਯਿਸੂ ਦਾ ਮਤਰੇਆ ਭਰਾ ਯਾਕੂਬ ਯਰੂਸ਼ਲਮ ਦੀ ਮੁੱਖ ਕਲੀਸਿਆ ਦਾ ਪ੍ਰਮੁੱਖ ਆਗੂ ਬਣ ਗਿਆ, ਜਿਸ ਵਿੱਚ ਜ਼ਿਆਦਾਤਰ ਮਸੀਹੀ ਯਹੂਦੀ ਸਨ। ਇਹ ਸਭ ਤੋਂ ਪਹਿਲਾ ਮਸੀਹੀ ਸਮਾਜ ਸੀ ਅਤੇ ਅਸੀਂ ਜਾਣਦੇ ਹਾਂ ਕਿ ਯਾਕੂਬ ਦੀ ਅਗਵਾਈ ਦੇ 20 ਸਾਲਾਂ ਦੇ ਦੌਰਾਨ ਉਸ ਨੇ ਬਹੁਤ ਕਠਿਨ ਸਮੇਂ ਦਾ ਸਾਹਮਣਾ ਕੀਤਾ ਸੀ। ਅਕਾਲ ਦੀ ਵਜ੍ਹਾ ਨਾਲ ਇਸ ਖੇਤਰ ਵਿੱਚ ਬਹੁਤ ਗਰੀਬੀ ਆ ਗਈ ਸੀ ਅਤੇ ਇਨ੍ਹਾਂ ਯਹੂਦੀ ਮਸੀਹਾਂ ਨੇ ਯਰੂਸ਼ਲਮ ਵਿੱਚ ਯਹੂਦੀ ਆਗੂਆਂ ਦੇ ਦੁਆਰਾ ਸਤਾਅ ਦਾ ਸਾਹਮਣਾ ਕੀਤਾ। ਪਰੰਤੂ ਇਨ੍ਹਾਂ ਹਾਲਾਤਾਂ ਵਿੱਚ ਵੀ ਯਾਕੂਬ ਯਰੂਸ਼ਲਮ ਦੀ ਕਲੀਸਿਆ ਦੀ ਮਜ਼ਬੂਤ ਬੁਨਿਆਦ ਵਜੋਂ ਜਾਣਿਆ ਜਾਂਦਾ ਸੀ। ਉਹ ਸ਼ਾਂਤੀ ਦੂਤ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਸੀ, ਜਿਸ ਨੇ ਬਹੁਤ ਬੁੱਧੀਮਾਨੀ ਅਤੇ ਦਲੇਰੀ ਨਾਲ ਉਦੋਂ ਤੱਕ ਉਹਨਾਂ ਦੀ ਅਗਵਾਈ ਕੀਤੀ ਜਦੋਂ ਤੱਕ ਉਸ ਦੀ ਦੁਖਦਾਈ ਮੌਤ ਨਾ ਹੋਈ। ਇਸ ਪੁਸਤਕ ਵਿੱਚ ਸਾਡੇ ਕੋਲ ਯਾਕੂਬ ਦੀਆਂ ਸਿੱਖਿਆਵਾਂ ਅਤੇ ਬੁੱਧੀਮਾਨੀ ਦਾ ਸਾਰ ਹੈ, ਜੋ ਇੱਕ ਸੰਖੇਪ ਅਤੇ ਅਸਰਦਾਰ ਕੰਮ ਹੈ। ਪੁਸਤਕ ਇੱਕ ਪੱਤਰੀ ਦੀ ਤਰ੍ਹਾਂ ਆਰੰਭ ਹੁੰਦੀ ਹੈ ਅਤੇ ਉਹ ਉਹਨਾਂ ਸਾਰੇ ਯਹੂਦੀ ਮਸੀਹਾਂ ਨੂੰ ਸੁੱਖ ਸਾਂਦ ਕਹਿੰਦਾ ਹੈ ਜੋ ਇਸਰਾਇਲ ਤੋਂ ਬਾਹਰ ਖਿੰਡੇ ਹੋਏ ਹਨ। ਪਰ ਇਹ ਪੌਲੁਸ ਦੀ ਪੱਤਰੀ ਦੇ ਸਮਾਨ ਨਹੀਂ ਹੈ, ਜਿੱਥੇ ਉਹ ਕਿਸੇ ਕਲੀਸਿਆ ਦੀ ਵਿਸ਼ੇਸ਼ ਸਮੱਸਿਆ ਤੇ ਗੱਲ ਕਰਦਾ ਹੈ। ਇਸ ਦੀ ਬਜਾਏ ਇਹ ਪੁਸਤਕ ਯਿਸੂ ਦੇ ਪਿੱਛੇ ਚੱਲਣ ਵਾਲਿਆਂ ਲਈ ਕਿਸੇ ਵੀ ਸਮਾਜ ਦੇ ਲਈ ਉੱਤਮ ਗਿਆਨ ਦਾ ਸਾਰ ਹੈ ਅਤੇ ਯਾਕੂਬ ਦਾ ਉਦੇਸ਼ ਕਿਸੇ ਨਵੇਂ ਧਰਮ ਦੇ ਗਿਆਨ ਨੂੰ ਸਿਖਾਉਣਾ ਨਹੀਂ ਹੈ, ਬਲਕਿ ਉਹ ਤੁਹਾਡੀ ਜ਼ਿੰਦਗੀ ਵਿੱਚ ਸ਼ਾਮਿਲ ਹੋ ਕੇ ਇਹ ਚੁਣੌਤੀ ਦੇਣਾ ਚਾਹੁੰਦਾ ਹੈ ਕਿ ਤੁਸੀਂ ਕਿਵੇਂ ਜਿਉਣਾ ਹੈ। ਯਾਕੂਬ ਦੀ ਬੁੱਧੀਮਾਨੀ ਦੋ ਸਰੋਤਾਂ ਤੋਂ ਕਾਫੀ ਪ੍ਰਭਾਵਿਤ ਹੈ। ਪਹਿਲਾ ਪਰਮੇਸ਼ਵਰ ਦੇ ਰਾਜ ਵਿੱਚ ਜੀਵਨ ਨਾਲ ਸੰਬੰਧਿਤ ਯਿਸੂ ਦੀਆਂ ਸਿੱਖਿਆਵਾਂ ਸਨ, ਵਿਸ਼ੇਸ਼ ਰੂਪ ਵਿੱਚ ਪਹਾੜੀ ਉਪਦੇਸ਼, ਜਿਸ ਦਾ ਵਰਣਨ ਉਹ ਲਗਾਤਾਰ ਆਪਣੀ ਪੁਸਤਕ ਵਿੱਚ ਕਰਦਾ ਹੈ। ਦੂਸਰਾ ਮੁੱਖ ਪ੍ਰਭਾਵ ਕਹੋਤਾਂ ਦੀ ਕਿਤਾਬ ਦੀ ਬਾਈਬਲ ਆਧਾਰਿਤ ਬੁੱਧ ਹੈ, ਮੁੱਖ ਰੂਪ ਵਿੱਚ ਕਹੋਤਾਂ 1 ਤੋਂ 9 ਦੀਆਂ ਕਵਿਤਾਵਾਂ। ਯਾਕੂਬ ਅਸਲ ਵਿੱਚ ਯਿਸੂ ਅਤੇ ਕਹੋਤਾਂ ਦੀ ਕਿਤਾਬ ਦੇ ਨਾਲ ਵੱਡਾ ਹੋਇਆ ਅਤੇ ਹੁਣ ਉਸ ਦੀਆਂ ਆਪਣੀਆਂ ਸਿੱਖਿਆਵਾਂ ਵੀ ਉਹਨਾਂ ਦੇ ਵਾਂਗ ਹੀ ਲੱਗਦੀਆਂ ਹਨ, ਜਿਸ ਉੱਤੇ ਉਹਨਾਂ ਦੀ ਭਾਸ਼ਾ ਅਤੇ ਸ਼ੈਲੀ ਦੀ ਮੋਹਰ ਹੈ। ਇਸ ਪੁਸਤਕ ਵਿੱਚ ਸੰਖੇਪ ਅਤੇ ਚੁਣੌਤੀ ਭਰੇ ਬੁੱਧੀਮਾਨੀ ਦੇ ਉਪਦੇਸ਼ ਹਨ, ਜੋ ਰੂਪਕ ਨਾਲ ਭਰੇ ਹੋਏ ਹਨ ਅਤੇ ਆਸਾਨੀ ਨਾਲ ਯਾਦ ਰੱਖੇ ਜਾ ਸਕਦੇ ਹਨ। ਇਸ ਨੂੰ ਹੋਰ ਸੋਹਣਾ ਬਣਾਉਂਦੇ ਹੋਏ ਯਾਕੂਬ ਯਹੂਦੀ ਮਸੀਹੀ ਸਮਾਜ ਨੂੰ ਯਿਸੂ ਦੇ ਅਨੁਸਾਰ ਤੁਰੇਤ ਦੇ ਸਾਰ ਨਾਲ ਬੁੱਧੀਮਾਨ ਬਣਾ ਕੇ ਜਿਉਣ ਲਈ ਕਹਿੰਦਾ ਹੈ, ਤਾਂ ਕਿ ਉਹ ਪਰਮੇਸ਼ਵਰ ਨਾਲ ਪਿਆਰ ਕਰਨ ਅਤੇ ਆਪਣੇ ਗੁਆਂਢੀਆਂ ਨਾਲ ਆਪਣੇ ਸਮਾਨ ਪ੍ਰੇਮ ਕਰਨ। ਪੁਸਤਕ ਦਾ ਮੁੱਖ ਭਾਗ ਅਧਿਆਇ 2 ਤੋਂ 5 ਵਿੱਚ ਹੈ, ਜਿਸ ਵਿੱਚ 12 ਛੋਟੀਆਂ ਸਿੱਖਿਆਵਾਂ ਹਨ ਜੋ ਪਰਮੇਸ਼ਵਰ ਦੇ ਲੋਕਾਂ ਨੂੰ ਦਿਲ ਦੀ ਪੂਰੀ ਗਹਿਰਾਈ ਨਾਲ ਯਿਸੂ ਦੇ ਮਾਰਗ ਤੇ ਚੱਲਣ ਲਈ ਸੱਦਾ ਦਿੰਦੀਆਂ ਹਨ ਅਤੇ ਕੁੱਲ ਮਿਲਾ ਕੇ ਇੱਕ ਹੀ ਮੁੱਖ ਵਿਚਾਰ ਨੂੰ ਨਹੀਂ ਪੜਾਉਂਦੇ। ਅਤੇ ਹਰ ਸਿੱਖਿਆ ਜਿਵੇਂ ਇਕੱਲੀ ਖੜੀ ਹੈ ਅਤੇ ਇੱਕ ਆਕਰਸ਼ਿਤ ਪੰਕਤੀ ਵਿੱਚ ਸਮਾਪਤ ਹੁੰਦੀ ਹੈ, ਪਰ ਇਹਨਾਂ ਸਾਰੀਆਂ ਸਿੱਖਿਆਵਾਂ ਦੇ ਦੁਹਰਾਏ ਗਏ ਮੁੱਖ ਸ਼ਬਦ ਅਤੇ ਵਿਸ਼ੇ ਆਪਸ ਵਿੱਚ ਜੁੜਦੇ ਹਨ, ਜੋ ਸੱਚਮੁੱਚ ਅਦਭੁਤ ਹੈ। ਇਸ ਪੁਸਤਕ ਦੇ ਆਰੰਭ ਵਿੱਚ 2 ਸਿੱਖਿਆਵਾਂ ਹਨ। ਪਹਿਲਾ ਪੱਖਪਾਤ ਅਤੇ ਪ੍ਰੇਮ ਦੇ ਬਾਰੇ। ਯਾਕੂਬ ਖੁਲਾਸਾ ਕਰਦਾ ਹੈ ਕਿ ਅਕਸਰ ਅਸੀਂ ਉਹਨਾਂ ਲੋਕਾਂ ਦਾ ਪੱਖ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਕੋਈ ਲਾਭ ਹੋਵੇ ਅਤੇ ਉਹਨਾਂ ਲੋਕਾਂ ਨੂੰ ਅਣਦੇਖਾ ਕਰ ਦਿੰਦੇ ਹਾਂ ਜਿਨ੍ਹਾਂ ਤੋਂ ਕੋਈ ਲਾਭ ਨਾ ਹੋਵੇ, ਅਕਸਰ ਇਸ ਲਈ ਕਿਉਂਕਿ ਉਹ ਜ਼ਰੂਰਤਮੰਦ ਹੁੰਦੇ ਹਨ। ਯਾਕੂਬ ਕਹਿੰਦਾ ਹੈ ਕਿ ਇਹ ਗੱਲ ਯਿਸੂ ਦੁਆਰਾ ਦੱਸੇ ਗਏ ਪ੍ਰੇਮ ਦੇ ਵਿਰੁੱਧ ਹੈ। ਉਹ ਅੱਗੇ ਦੱਸਦਾ ਹੈ ਕਿ ਸੱਚਾ ਪ੍ਰੇਮ ਕੀ ਕਰਦਾ ਹੈ ਅਤੇ ਕੀ ਨਹੀਂ ਕਰਦਾ। ਇਸ ਲਈ ਜੇਕਰ ਕੋਈ ਕਹਿੰਦਾ ਹੈ ਕਿ ਉਹ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਹੈ, ਪਰ ਉਹ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਅਣਦੇਖਾ ਕਰਦਾ ਹੈ, ਤਾਂ ਉਹਦੇ ਅਨੁਸਾਰ ਉਸ ਦਾ ਵਿਸ਼ਵਾਸ ਮਰਿਆ ਹੋਇਆ ਹੈ। ਉਹਨਾਂ ਦੇ ਕੰਮ ਉਹਨਾਂ ਕਥਨਾਂ ਦੇ ਅਨੁਸਾਰ ਨਹੀਂ ਹਨ ਜੋ ਉਹ ਆਪਣੇ ਵਿਸ਼ਵਾਸ ਦੇ ਬਾਰੇ ਬੋਲਦੇ ਹਨ, ਪਰ ਸੱਚੇ ਵਿਸ਼ਵਾਸ ਦਾ ਸਿੱਟਾ ਹਮੇਸ਼ਾ ਯਿਸੂ ਦੀਆਂ ਸਿੱਖਿਆਵਾਂ ਦੇ ਪ੍ਰਤੀ ਆਗਿਆ ਵਾਲਾ ਹੁੰਦਾ ਹੈ। ਹੁਣ ਜਦੋਂ ਅਸੀਂ ਪੂਰੀ ਪੁਸਤਕ ਦੇ 3 ਅਲੱਗ-ਅਲੱਗ ਸਥਾਨਾਂ ਤੇ ਇਹ ਦੇਖਦੇ ਹਾਂ ਕਿ ਯਾਕੂਬ ਸਾਡੇ ਸ਼ਬਦਾਂ ਦੇ ਵਿਸ਼ੇ ਵਿੱਚ ਯਿਸੂ ਦੀਆਂ ਸਿੱਖਿਆਵਾਂ ਦਾ ਵਿਸਤਾਰ ਹੈ, ਉਸੇ ਮੂੰਹ ਤੋਂ ਅਸੀਂ ਲੋਕਾਂ ਨੂੰ ਚੋਟ ਪਹੁੰਚਾਉਂਦੇ ਹਾਂ ਅਤੇ ਫਿਰ ਜਾ ਕੇ ਪਰਮੇਸ਼ਵਰ ਨੂੰ ਮਹਿਮਾ ਦੀ ਭੇਟ ਚੜਾਉਂਦੇ ਹਾਂ। ਬਹੁਤ ਗੜਬੜ ਹੈ। ਅਤੇ ਨਾਲ ਹੀ ਅਸੀਂ ਲੋਕਾਂ ਦਾ ਨਿਆਂ ਕਰਦੇ ਹਾਂ ਅਤੇ ਫਿਰ ਪਿੱਠ ਪਿੱਛੇ ਉਹਨਾਂ ਦੀ ਬੁਰਾਈ ਵੀ ਕਰਦੇ ਹਾਂ ਅਤੇ ਅਸੀਂ ਆਪਣੇ ਫਾਇਦੇ ਲਈ ਸੱਚਾਈ ਨੂੰ ਤੋੜ ਮਰੋੜ ਦਿੰਦੇ ਹਾਂ। ਜਿਸ ਤਰ੍ਹਾਂ ਅਸੀਂ ਲੋਕਾਂ ਦੇ ਵਿਸ਼ੇ ਵਿੱਚ ਗੱਲ ਕਰਦੇ ਹਾਂ, ਇਹੀ ਸਾਡੇ ਹਿਰਦੇ ਅਤੇ ਬੁਨਿਆਦੀ ਜੜ ਨੂੰ ਦਰਸਾਉਂਦੇ ਹਨ। ਸਾਡੇ ਸ਼ਬਦ ਸਾਡੇ ਚਰਿੱਤਰ ਦੀ ਅਸਲੀ ਸੱਚਾਈ ਨੂੰ ਦੱਸਦੇ ਹਨ।
ਯਕੂਬ ਇਹ ਵੀ ਮੰਨਦਾ ਹੈ ਕਿ ਪਰਮੇਸ਼ਵਰ ਦੇ ਰਾਜ ਦਾ ਸਮਾਜ ਜਿਸ ਤਰ੍ਹਾਂ ਯਿਸੂ ਨੇ ਇਸ ਬਾਰੇ ਸਿਖਾਇਆ ਹੈ, ਇਸ ਤਰ੍ਹਾਂ ਦਾ ਸਥਾਨ ਹੈ ਜਿੱਥੇ ਸੰਪਤੀ ਅਤੇ ਸਮਾਜਿਕ ਸਥਿਤੀ ਦੇ ਆਧਾਰ ਤੇ ਬਣੇ ਵਿਤਕਰੇ ਖਤਮ ਹੋ ਜਾਂਦੇ ਹਨ। ਅਤੇ ਸਭ ਤੋਂ ਪਹਿਲਾਂ ਉਹ ਧਨ ਦੇ ਦੁਆਰਾ ਆਏ ਘਮੰਡ ਦੇ ਬਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਹੈ ਜੋ ਇਹ ਸੋਚਦੇ ਹਨ ਕਿ ਧਨ ਉਹਨਾਂ ਨਾਲ ਸਦਾ ਬਣਿਆ ਰਹੇਗਾ। ਉਹ ਕਹਿੰਦਾ ਹੈ ਕਿ ਇੱਕ ਦਿਨ ਤੁਹਾਡੀ ਹੀ ਤਰ੍ਹਾਂ ਤੁਹਾਡੇ ਧਨ ਦਾ ਵੀ ਨਾਸ਼ ਹੋ ਜਾਵੇਗਾ। ਅਤੇ ਇਸ ਦੇ ਉਲਟ ਪਰਮੇਸ਼ਵਰ ਦੇ ਲੋਕ ਧੀਰਜ ਕਰਨ ਅਤੇ ਆਸ ਰੱਖਣ ਕਿ ਯਿਸੂ ਆ ਕੇ ਸਾਰੀਆਂ ਗੱਲਾਂ ਨੂੰ ਸਹੀ ਕਰ ਦੇਵੇਗਾ ਅਤੇ ਇਸ ਤੋਂ ਤੁਹਾਨੂੰ ਵਿਸ਼ਵਾਸ ਭਰੀ ਪ੍ਰਾਰਥਨਾ ਵਾਲਾ ਜੀਵਨ ਜਿਉਣਾ ਚਾਹੀਦਾ ਹੈ। ਹੁਣ ਪੁਸਤਕ ਦਾ ਇਹ ਭਾਗ ਅਤੇ ਇਹ ਸਾਰੀਆਂ ਸਿੱਖਿਆਵਾਂ ਵਧੇਰੇ ਸ਼ਕਤੀਸ਼ਾਲੀ ਹਨ, ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਇਸ ਵੀਡੀਓ ਵਿੱਚ ਤੁਹਾਨੂੰ ਵਿਸਤਾਰ ਨਾਲ ਦੱਸ ਸਕੀਏ, ਪਰ ਤੁਸੀਂ ਇਸ ਨੂੰ ਪੂਰੀ ਗੰਭੀਰਤਾਈ ਨਾਲ ਅਤੇ ਹੌਲੀ-ਹੌਲੀ ਪੜ੍ਹੋ। ਹੁਣ ਇਹਨਾਂ 12 ਬੁੱਧ ਦੀਆਂ ਸਿੱਖਿਆਵਾਂ ਤੋਂ ਪਹਿਲਾਂ ਜਾਣ ਪਛਾਣ ਕਰਾਉਣ ਵਾਲਾ ਅਧਿਆਇ ਹੈ। ਇਹ ਸਮਝ ਦੇਣ ਵਾਲੀਆਂ ਸਿੱਖਿਆਵਾਂ ਅਤੇ ਪੰਕਤੀਆਂ ਦੀ ਵੇਂਦੀ ਧਾਰ ਹੈ, ਅਰਥਾਤ ਇਸ ਦੀ ਰਚਨਾ ਪੂਰੀ ਪੁਸਤਕ ਦੇ ਮੁੱਖ ਵਿਚਾਰਾਂ ਨੂੰ ਸੰਖੇਪ ਵਿੱਚ ਦੱਸਣ ਲਈ ਕੀਤੀ ਗਈ ਹੈ। ਇਹ ਅਧਿਆਇ ਅਸਲ ਵਿੱਚ ਉਹਨਾਂ ਸਾਰੇ ਮੁੱਖ ਸ਼ਬਦਾਂ ਤੇ ਵਿਸ਼ਿਆਂ ਨਾਲ ਤੁਹਾਡੀ ਜਾਣ ਪਛਾਣ ਕਰਾਉਂਦਾ ਹੈ ਜਿਨ੍ਹਾਂ ਨੂੰ ਤੁਸੀਂ ਅਧਿਆਇ 2 ਤੋਂ 5 ਵਿੱਚ ਵੇਖੋਗੇ। ਯਕੂਬ ਇਹ ਕਹਿੰਦੇ ਹੋਏ ਆਰੰਭ ਕਰਦਾ ਹੈ ਕਿ ਉਸ ਨੂੰ ਆਪਣੇ ਵਿਅਕਤੀਗਤ ਅਨੁਭਵ ਨਾਲ ਪਤਾ ਹੈ ਕਿ ਜੀਵਨ ਕਠਿਨ ਹੈ। ਇਹ ਪੱਤਰੀ ਲਿਖਣ ਤੋਂ ਕੁਝ ਹੀ ਸਮੇਂ ਬਾਅਦ ਉਹ ਸ਼ਹੀਦ ਹੋ ਗਿਆ ਸੀ, ਪਰੰਤੂ ਉਸ ਦਾ ਮੰਨਣਾ ਸੀ ਕਿ ਜੀਵਨ ਦੀਆਂ ਮੁਸ਼ਕਲਾਂ ਅਤੇ ਔਕੜਾਂ ਸੱਚਮੁੱਚ ਇਸ ਤਰ੍ਹਾਂ ਦੀਆਂ ਸੁਗਾਤਾਂ ਹਨ ਜੋ ਸਾਡੇ ਜੀਵਨ ਵਿੱਚ ਧੀਰਜ ਪੈਦਾ ਕਰਕੇ ਚਰਿੱਤਰ ਦਾ ਨਿਰਮਾਣ ਕਰਦੀਆਂ ਹਨ। ਸਾਡੇ ਦੁੱਖਾਂ ਦੇ ਵਿੱਚ ਪਰਮੇਸ਼ਵਰ ਸਾਡੇ ਜੀਵਨ ਵਿੱਚ ਅਦਭੁਤ ਕੰਮ ਕਰਕੇ ਸਾਨੂੰ ਸਿੱਧ ਅਤੇ ਸੰਪੂਰਨ ਬਣਨ ਵਿੱਚ ਸਾਡੀ ਮਦਦ ਕਰਦੇ ਹਨ। ਹੁਣ ਇਹ ਸਿੱਧ ਸ਼ਬਦ ਅਸਲ ਵਿੱਚ ਯਕੂਬ ਲਈ ਬਹੁਤ ਮਹੱਤਵਪੂਰਨ ਹੈ। ਇਸ ਪੁਸਤਕ ਵਿੱਚ ਉਹ ਇਸ ਨੂੰ 7 ਵਾਰ ਦੁਹਰਾਉਂਦਾ ਹੈ। ਬਾਈਬਲ ਦੀ ਇਬਰਾਨੀ ਅਤੇ ਯੂਨਾਨੀ ਭਾਸ਼ਾ ਵਿੱਚ ਇਹ ਸ਼ਬਦ ਸੰਪੂਰਨਤਾਈ ਨੂੰ ਦਰਸਾਉਂਦਾ ਹੈ। ਇਸ ਦਾ ਅਰਥ ਹੈ ਕਿ ਸੰਪੂਰਨ ਰੂਪ ਨਾਲ ਇਸ ਤਰ੍ਹਾਂ ਦਾ ਵਿਸ਼ਵਾਸਯੋਗ ਜੀਵਨ ਜਿਉਣਾ ਹੈ ਜਿੱਥੇ ਤੁਹਾਡੇ ਕੰਮ ਹਮੇਸ਼ਾ ਯਿਸੂ ਤੋਂ ਪ੍ਰਾਪਤ ਕਦਰਾਂ ਕੀਮਤਾਂ ਅਤੇ ਵਿਸ਼ਵਾਸ ਦੇ ਅਨੁਕੂਲ ਹੁੰਦੇ ਹਨ। ਯਕੂਬ ਜਾਣਦਾ ਸੀ ਕਿ ਸਾਡੇ ਵਿੱਚ ਵਧੇਰੇ ਲੋਕ ਟੁੱਟੀ ਹੋਈ ਜ਼ਿੰਦਗੀ ਨੂੰ ਅਸਥਿਰ ਚਰਿੱਤਰ ਨਾਲ ਜਿਉਂਦੇ ਹਨ। ਅਸੀਂ ਸਭ ਇਸ ਨਾਲ ਸਮਝੌਤਾ ਕਰ ਲੈਂਦੇ ਹਾਂ, ਪਰ ਇਹ ਗੱਲ ਸਵੀਕਾਰ ਨਹੀਂ ਕਰਨਾ ਚਾਹੁੰਦੇ। ਪਰ ਫਿਰ ਵੀ ਪਰਮੇਸ਼ਵਰ ਟੁੱਟੇ ਹੋਏ ਲੋਕਾਂ ਨੂੰ ਚੰਗਿਆਈ ਦੇਣ ਵਿੱਚ ਲੱਗਾ ਹੋਇਆ ਹੈ ਤਾਂ ਕਿ ਉਹਨਾਂ ਨੂੰ ਸੰਪੂਰਨ ਬਣਾ ਸਕੇ, ਜਿਸ ਦੀ ਸ਼ੁਰੂਆਤ ਬੁੱਧ ਤੋਂ ਹੁੰਦੀ ਹੈ ਜੋ ਮੈਨੂੰ ਆਪਣੀਆਂ ਮੁਸ਼ਕਲਾਂ ਨੂੰ ਨਵੇਂ ਨਜ਼ਰੀਏ ਨਾਲ ਵੇਖਣ ਦੀ ਤਾਕਤ ਦਿੰਦੀ ਹੈ। ਪਰਮੇਸ਼ਵਰ ਅਜਿਹੇ ਲੋਕਾਂ ਨੂੰ ਖੁੱਲ੍ਹ ਦਿਲੀ ਨਾਲ ਇਸ ਪ੍ਰਕਾਰ ਦੀ ਬੁੱਧ ਦਿੰਦਾ ਹੈ ਜੋ ਉਸ ਦੇ ਸੁਭਾਅ ਤੇ ਸ਼ੱਕ ਕੀਤੇ ਬਿਨਾਂ ਵਿਸ਼ਵਾਸ ਨਾਲ ਮੰਗਦੇ ਹਨ। ਅਤੇ ਜਦੋਂ ਅਸੀਂ ਪਰਮੇਸ਼ਵਰ ਦੇ ਸਾਹਮਣੇ ਆਪਣੀ ਨਿਮਰ ਅਤੇ ਕਮਜ਼ੋਰ ਸਥਿਤੀ ਨੂੰ ਜਾਣ ਲੈਂਦੇ ਹਾਂ ਤਾਂ ਅਸੀਂ ਚਿੰਤਾ ਜਾਂ ਭਰੋਸੇ ਵਿੱਚੋਂ ਇੱਕ ਦੀ ਚੋਣ ਕਰਨ ਲਈ ਮਜਬੂਰ ਹੋ ਜਾਂਦੇ ਹਾਂ। ਅਤੇ ਸੱਚੀ ਬੁੱਧ ਦਾ ਅਰਥ ਹੈ ਕਿ ਅਸੀਂ ਆਪਣੇ ਹਾਲਾਤਾਂ ਦੇ ਬਾਵਜੂਦ ਇਸ ਭਰੋਸੇ ਦੀ ਚੋਣ ਕਰੀਏ ਕਿ ਪਰਮੇਸ਼ਵਰ ਭਲਾ ਹੈ। ਇਸ ਪ੍ਰਕਾਰ ਜੇਕਰ ਗਰੀਬੀ ਤੁਹਾਨੂੰ ਜੀਵਨ ਦੇ ਕਠਿਨ ਦੌਰ ਵਿੱਚ ਲੈ ਜਾਂਦੀ ਹੈ ਤਾਂ ਯਕੂਬ ਦੇ ਅਨੁਸਾਰ ਇਸ ਨੂੰ ਪਰਮੇਸ਼ਵਰ ਦੇ ਵਰਦਾਨ ਦੀ ਤਰ੍ਹਾਂ ਸਮਝੋ ਜੋ ਤੁਹਾਨੂੰ ਸਿਰਫ ਪਰਮੇਸ਼ਵਰ ਤੇ ਹੀ ਭਰੋਸਾ ਰੱਖਣਾ ਸਿਖਾਉਂਦੀ ਹੈ। ਅਤੇ ਇਸ ਤੋਂ ਇਲਾਵਾ ਧਨ ਕੁਝ ਸਮੇਂ ਦਾ ਹੀ ਹੈ। ਇਹ ਉਸ ਜੰਗਲੀ ਫੁੱਲ ਦੀ ਤਰ੍ਹਾਂ ਨਾਸ਼ ਹੋ ਜਾਵੇਗਾ ਜਿਸ ਨੂੰ ਤਪਦੀ ਧੁੱਪ ਸੁਕਾ ਦਿੰਦੀ ਹੈ। ਅਤੇ ਇਸ ਲਈ ਜਦੋਂ ਅਸੀਂ ਮੁਸ਼ਕਿਲ ਹਾਲਾਤਾਂ ਵਿੱਚ ਹੋਈਏ ਤਾਂ ਪਰਮੇਸ਼ਵਰ ਨੂੰ ਦੋਸ਼ ਨਹੀਂ ਦੇਣਾ ਚਾਹੀਦਾ। ਇਸ ਦੀ ਬਜਾਏ ਹਾਲਾਤ ਤੁਹਾਨੂੰ ਉਹ ਸਿਖਾਉਣ ਜੋ ਯਿਸੂ ਨੇ ਤੁਹਾਨੂੰ ਪਰਮੇਸ਼ਵਰ ਦੇ ਸੁਭਾਅ ਦੇ ਬਾਰੇ ਸਿਖਾਇਆ ਸੀ ਕਿ ਪਿਤਾ ਖੁੱਲ੍ਹ ਦਿਲੀ ਨਾਲ ਦੇਣ ਵਾਲਾ ਹੈ ਜੋ ਸਾਡੇ ਦੁੱਖ ਵਿੱਚ ਸਾਡੇ ਕੋਲ ਆਉਂਦਾ ਹੈ ਅਤੇ ਉਹ ਭਰੋਸੇਯੋਗ ਹੈ। ਇਹ ਉਹ ਪਰਮੇਸ਼ਵਰ ਹੈ ਜਿਸ ਨੇ ਯਿਸੂ ਦੁਆਰਾ ਸਾਨੂੰ ਨਵਾਂ ਜੀਵਨ ਦਿੱਤਾ ਤਾਂ ਕਿ ਅਸੀਂ ਇਸ ਤਰ੍ਹਾਂ ਦੇ ਮਨੁੱਖ ਬਣ ਸਕੀਏ ਜੋ ਪਿਤਾ ਤੇ ਭਰੋਸਾ ਕਰਦੇ ਹੋਏ ਆਪਣੇ ਦੁੱਖ ਦਾ ਸਾਹਮਣਾ ਕਰ ਸਕਣ ਜਿਸ ਪ੍ਰਕਾਰ ਯਿਸੂ ਨੇ ਕੀਤਾ ਸੀ। ਅਤੇ ਅਸੀਂ ਇਸ ਨਵੀਂ ਮਨੁੱਖਤਾ ਉਸ ਸਮੇਂ ਪਾਉਂਦੇ ਹਾਂ ਜਦੋਂ ਅਸੀਂ ਵਚਨਾਂ ਨੂੰ ਕੇਵਲ ਸੁਣਦੇ ਹੀ ਨਹੀਂ ਸਗੋਂ ਇਸ ਦੀਆਂ ਸਿੱਖਿਆਵਾਂ ਅਨੁਸਾਰ ਚੱਲਦੇ ਵੀ ਹਾਂ। ਯਕੂਬ ਇੱਥੇ ਪਰਮੇਸ਼ਵਰ ਦੇ ਵਚਨਾਂ ਨੂੰ ਸੰਪੂਰਨ ਤੁਰੇਤ ਦੀ ਆਜ਼ਾਦੀ ਕਹਿੰਦਾ ਹੈ। ਉਹ ਇੱਥੇ ਤੁਰੇਤ ਦੇ ਸਭ ਤੋਂ ਵੱਡੇ ਹੁਕਮ ਦਾ ਜ਼ਿਕਰ ਕਰਦਾ ਹੈ ਜੋ ਯਿਸੂ ਦੁਆਰਾ ਸਾਡੇ ਤੱਕ ਪਹੁੰਚਿਆ, ਜਿਸ ਨੇ ਸਾਨੂੰ ਆਜ਼ਾਦ ਕੀਤਾ ਕਿ ਅਸੀਂ ਪਰਮੇਸ਼ਵਰ ਅਤੇ ਆਪਣੇ ਗੁਆਂਢੀ ਨਾਲ ਪ੍ਰੇਮ ਰੱਖੀਏ। ਅਤੇ ਯਾਕੂਬ ਵਿਵਹਾਰਿਕ ਰੂਪ ਨਾਲ ਇਹ ਦਰਸਾਉਂਦਾ ਹੈ ਕਿ ਇਹ ਪ੍ਰੇਮ ਕਿਵੇਂ ਵਿਖਾਈ ਦਿੰਦਾ ਹੈ। ਇਸ ਦਾ ਅਰਥ ਹੈ ਹੋਰਨਾਂ ਨਾਲ ਦਇਆ ਅਤੇ ਪ੍ਰੇਮ ਨਾਲ ਗੱਲਾਂ ਕਰਨਾ, ਗਰੀਬਾਂ ਦੀ ਸੇਵਾ ਕਰਨਾ, ਅਰਥਾਤ ਪੂਰੇ ਹਿਰਦੇ ਨਾਲ ਪਰਮੇਸ਼ਵਰ ਉੱਤੇ ਹੀ ਆਪਣੀ ਸੰਪੂਰਨ ਨਿਸ਼ਚਾ ਰੱਖਣਾ। ਹੁਣ ਤੁਸੀਂ ਇਹ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਆਰੰਭ ਦੇ ਅਧਿਆਇ ਵਿੱਚ ਉਹ ਸਾਰੇ ਮੁੱਖ ਸ਼ਬਦ ਅਤੇ ਵਿਚਾਰ ਹਨ ਜਿਨ੍ਹਾਂ ਨੂੰ ਹੋਰ ਗਹਿਰਾਈ ਨਾਲ ਅਧਿਆਇ 2 ਤੋਂ 5 ਤੱਕ ਇਹਨਾਂ 12 ਸਿੱਖਿਆਵਾਂ ਵਿੱਚ ਦੱਸਿਆ ਗਿਆ ਹੈ। ਯਕੂਬ ਖੁਦ ਨੂੰ ਯਿਸੂ ਦੇ ਗਿਆਨ ਅਤੇ ਕਹੋਤਾ ਵਿੱਚ ਮਗਨ ਕਰ ਲੈਂਦਾ ਹੈ। ਉਸਨੇ ਇਸ ਪੁਸਤਕ ਵਿੱਚ ਸਾਨੂੰ ਆਪਣੇ ਗਿਆਨ ਦੀ ਇੱਕ ਮਹਾਨ ਸੁਗਾਤ ਭੇਟ ਕੀਤੀ ਹੈ। ਜੋ ਲੋਕ ਯਿਸੂ ਦੇ ਪਿੱਛੇ ਚੱਲਣਾ ਚਾਹੁੰਦੇ ਹਨ ਉਹਨਾਂ ਲਈ ਇਹ ਬਹੁਤ ਸੁੰਦਰਤਾ ਨਾਲ ਰਚੀ ਗਈ ਰਚਨਾ ਹੈ ਅਤੇ ਯਕੂਬ ਦੁਆਰਾ ਲਿਖੀ ਗਈ ਪੱਤਰੀ ਇਸੇ ਸਭ ਦੇ ਬਾਰੇ ਹੈ।